ਹਿਮਾਲਿਆ ਦੀ ਗੋਦ ਤੋਂ ਯਮੁਨਾ ਨਦੀ ਸ਼ਿਵਾਲਿਕ ਪਹਾੜਾਂ ਤੋਂ ਵਹਿੰਦੀ ਹੋਈ ਜਿੱਥੋਂ ਗੁਜ਼ਰਦੀ ਹੈ ਉੱਥੋਂ ਦੀ ਧਰਤੀ ਨੂੰ ਹਰਾ ਭਰਾ ਕਰ ਦਿੰਦੀ ਹੈ। ਉੱਤਰ ਦਿੱਲੀ ਦੇ ਵੱਲ ਇੱਕ ਉੱਚਾ ਟਿੱਲਾ ਸੀ ਜਿਸ ਉੱਪਰ ਇੱਕ ਸਾਧੂ ਮਜਨੂ ਰਹਿੰਦੇ ਸਨ। ਉਹਨਾਂ ਦੇ ਨਾਮ ਤੇ ਹੀ ਉਸ ਟਿੱਲੇ ਦਾ ਨਾਮ ਮਜਨੂ ਦਾ ਟਿੱਲਾ ਪਿਆ। ਉਸ ਟਿੱਲੇ ਦੇ ਨਾਲ ਹੀ ਯਮੁਨਾ ਨਦੀ ਗੁਜ਼ਰਦੀ ਸੀ ਜਿਸ ਦੇ ਕਾਰਨ ਆਸ-ਪਾਸ ਹਰਿਆਲੀ ਸੀ। ਪਾਨੀਪਤ ਦੀ ਯਾਤਰਾ ਤੋਂ ਪਿੱਛੋਂ ਜਦੋਂ ਗੁਰੂ ਜੀ ਅਤੇ ਭਾਈ ਮਰਦਾਨਾ ਜੀ ਉਸ ਟਿੱਲੇ ਦੇ ਕੋਲੋਂ ਗੁਜ਼ਰੇ ਤਾਂ ਉੱਥੋਂ ਦੀ ਸੁੰਦਰਤਾ ਨੂੰ ਦੇਖ ਕੇ ਭਾਈ ਮਰਦਾਨਾ ਜੀ ਨੇ ਕਿਹਾ, ਕਿੰਨਾ ਸੁੰਦਰ ਦ੍ਰਿਸ਼ ਹੈ। ਐਦਾਂ ਲੱਗਦਾ ਹੈ ਜਿਵੇਂ ਅਸੀਂ ਦੇਵਲੋਕ ਵਿੱਚ ਆ ਗਏ ਹੋਈਏ। ਕਿਉਂ ਨਾ ਆਪਾਂ ਇੱਥੇ ਕੁਝ ਦਿਨ ਆਰਾਮ ਕਰ ਲਈਏ। ਗੁਰੂ ਜੀ ਨੇ ਭਾਈ ਮਰਦਾਨਾ ਜੀ ਦੀ ਬੇਨਤੀ ਨੂੰ ਮੰਨ ਲਿਆ। ਉੱਥੇ ਕੋਲ ਹੀ ਇੱਕ ਆਦਮੀ ਰਹਿੰਦਾ ਸੀ। ਜਦੋਂ ਉਸਨੂੰ ਪਤਾ ਲੱਗਾ ਕਿ ਕੋਈ ਮਹਾਪੁਰਸ਼ ਉਸ ਟਿੱਲੇ ਤੇ ਆਏ ਹੋਏ ਹਨ, ਉਹ ਆਪਣੀ ਪਤਨੀ ਦੇ ਨਾਲ ਉੱਥੇ ਪਹੁੰਚਿਆ ਅਤੇ ਉਹਨਾਂ ਨੇ ਕਿਹਾ, ਆਪ ਜੀ ਵਰਗੇ ਮਹਾਪੁਰਸ਼ ਇਸ ਧਰਤੀ ਤੇ ਵਿਰਾਜੇ ਹਨ। ਇਹ ਧਰਤੀ ਪਵਿੱਤਰ ਹੋ ਗਈ ਹੈ। ਗੁਰੂ ਜੀ ਬੋਲੇ, ਤੁਸੀਂ ਲੋਕ ਕੀ ਕਰਦੇ ਹੋ? ਸੁਲਤਾਨ ਇਬਰਾਹਿਮ ਲੋਧੀ ਦੇ ਕਈ ਹਾਥੀ ਇਸ ਟਿੱਲੇ ਤੇ ਹਨ। ਉਹਨਾਂ ਵਿੱਚੋਂ ਇੱਕ ਹਾਥੀ ਦੀ ਸੇਵਾ ਕਰਦਾ ਹਾਂ। ਮੇਰਾ ਤੇ ਮੇਰੀ ਪਤਨੀ ਦਾ ਇਹੀ ਕੰਮ ਹੈ। ਉਸ ਦੀ ਪਤਨੀ ਨੇ ਕਿਹਾ, ਮੈਂ ਆਪ ਦੋਨਾਂ ਲਈ ਭੋਜਨ ਲੈ ਕੇ ਆਂਦੀ ਹਾਂ। ਜੇ ਤੁਹਾਨੂੰ ਕਿਸੇ ਵੀ ਚੀਜ਼ ਦੀ ਲੋੜ ਹੋਵੇ ਤਾਂ ਕਿਰਪਾ ਕਰਕੇ ਜ਼ਰੂਰ ਦੱਸਣਾ। ਪਰਮਾਤਮਾ ਭਲਾ ਕਰੇ। ਇਸ ਤੋਂ ਬਾਅਦ ਉਹ ਦੋਨੋਂ ਉੱਥੋਂ ਚਲੇ ਗਏ। ਗੁਰੂ ਜੀ ਅਤੇ ਭਾਈ ਮਰਦਾਨਾ ਜੀ ਨੇ ਰਾਤ ਦਾ ਭੋਜਨ ਕਰਨ ਤੋਂ ਬਾਅਦ ਆਰਾਮ ਕੀਤਾ। ਅਗਲੀ ਸਵੇਰ ਭਾਈ ਮਰਦਾਨਾ ਜੀ ਭਜਨ ਕਰਨ ਲੱਗੇ। ਇੰਨੇ ਨੂੰ ਜ਼ੋਰ ਦੀ ਰੋਣ ਦੀ ਆਵਾਜ਼ ਆਉਣ ਲੱਗੀ। ਗੁਰੂ ਜੀ ਨੇ ਭਾਈ ਮਰਦਾਨਾ ਜੀ ਨੂੰ ਪੁੱਛਿਆ, ਭਾਈ ਮਰਦਾਨਾ, ਇਹ ਕੀ ਹੋਇਆ ਏ? ਹੁਣੇ ਦੇਖਦਾ ਹਾਂ ਗੁਰੂ ਜੀ। ਵਾਪਿਸ ਆ ਕੇ ਭਾਈ ਮਰਦਾਨਾ ਜੀ ਨੇ ਸਾਰੀ ਗੱਲ ਗੁਰੂ ਜੀ ਨੂੰ ਦੱਸੀ। ਗੁਰੂ ਜੀ ਭਾਈ ਮਰਦਾਨਾ ਜੀ ਦੇ ਨਾਲ ਉਸੇ ਵੇਲੇ ਉਸ ਜਗ੍ਹਾ ਵੱਲ ਤੁਰ ਪਏ। ਗੁਰੂ ਜੀ ਨੇ ਪੁੱਛਿਆ, ਕਿਉਂ ਰੋ ਰਹੇ ਹੋ? सुल्तान इब्राहिम का हाथी मर गया है। ਇੱਕ ਦਿਨ ਮਰਨਾ ਤਾਂ ਸਾਰਿਆਂ ਨੇ ਹੀ ਹੈ। ਸੁਲਤਾਨ ਇਬਰਾਹਿਮ ਦੂਜਾ ਹਾਥੀ ਖਰੀਦ ਲੈਣਗੇ। ਭਲਾ ਉਹਨਾਂ ਨੂੰ ਪੈਸੇ ਦੀ ਕੀ ਕਮੀ ਹੈ? ਗੁਰੂ ਜੀ ਤੁਸੀਂ ਸਹੀ ਕਹਿ ਰਹੇ ਹੋ, ਪਰ ਸਾਡੇ ਉੱਤੇ ਦੋਸ਼ ਵੀ ਤਾਂ ਲੱਗ ਸਕਦਾ ਹੈ ਨਾ ਕਿ ਅਸੀਂ ਹਾਥੀ ਦਾ ਪਾਲਣ ਪੋਸ਼ਣ ਚੰਗੀ ਤਰ੍ਹਾਂ ਨਹੀਂ ਕੀਤਾ। ਤੇ ਮੰਨ ਲਓ ਦੋਸ਼ ਨਾ ਵੀ ਲੱਗੇ ਤਾਂ ਤੁਸੀਂ ਇਹ ਦੱਸੋ ਕਿ ਇਸ ਗੱਲ ਦਾ ਯਕੀਨ ਕਿਵੇਂ ਆਵੇ ਕਿ ਜੋ ਨਵਾਂ ਹਾਥੀ ਆਏਗਾ ਕਿ ਉਸ ਦੀ ਸੇਵਾ ਲਈ ਸਾਨੂੰ ਹੀ ਰੱਖਾ ਜਾਏਗਾ? ਅਸੀਂ ਤਾਂ ਬੇਰੋਜ਼ਗਾਰ ਹੋ ਜਾਏਂਗੇ। ਅਸੀਂ ਕੀ ਕਰਾਂ ਗੁਰੂ ਜੀ? ਗੁਰੂ ਜੀ ਦਾ ਕੋਮਲ ਹਿਰਦਾ ਉਹਨਾਂ ਦਾ ਦੁੱਖ ਦੇਖ ਕੇ ਬਹੁਤ ਦੁਖੀ ਹੋਇਆ। ਗੁਰੂ ਜੀ ਨੇ ਕਿਹਾ, ਜੇ ਤੁਹਾਡਾ ਹਾਥੀ ਜਿੰਦਾ ਹੋ ਜਾਵੇ ਤਾਂ ਕੀ ਤੁਸੀਂ ਰੋਣਾ ਬੰਦ ਕਰ ਦਿਓਗੇ? ਗੁਰੂ ਜੀ ਫਿਰ ਤਾਂ ਅਸੀਂ ਹੱਸਾਂਗੇ, ਖੁਸ਼ੀਆਂ ਮਨਾਵਾਂਗੇ, ਪਰ ਉਹ ਮਹਾਪੁਰਸ਼ ਮੈਨੂੰ ਇਹ ਦੱਸੋ, ਮਰ ਕੇ ਵਾਪਿਸ ਕੌਣ ਆਂਦਾ ਹੈ? ਗੁਰੂ ਜੀ ਬੋਲੇ, ਉਹ ਅਕਾਲ ਪੁਰਖ ਹੈ ਜੋ ਸਾਨੂੰ ਜ਼ਿੰਦਗੀ ਦਿੰਦਾ ਹੈ ਅਤੇ ਉਹ ਅਕਾਲ ਪੁਰਖ ਹੀ ਹੈ ਜੋ ਜ਼ਿੰਦਗੀ ਲੈ ਸਕਦਾ ਹੈ। ਗੁਰੂ ਜੀ ਤੁਸੀਂ ਸੰਤ ਹੋ, ਤੁਸੀਂ ਸਭ ਕੁਝ ਕਰ ਸਕਦੇ ਹੋ। ਸਾਡੇ ਪਰਿਵਾਰ ਦਾ ਦੁੱਖ ਦੂਰ ਕਰੋ। ਗੁਰੂ ਜੀ ਬੋਲੇ, ਇਸ ਦੇ ਮੱਥੇ ਨੂੰ ਸਹਿਲਾਓ ਅਤੇ ਇਸ ਦੇ ਕੰਨ ਵਿੱਚ ਬੋਲੋ, ਹੇ ਈਸ਼ਵਰ। ਗੁਰੂ ਜੀ ਨੇ ਜਿਵੇਂ ਕਿਹਾ, ਮਹਾਵਤ ਨੇ ਉਸੇ ਤਰ੍ਹਾਂ ਹੀ ਕੀਤਾ। ਉਸਨੇ ਹਾਥੀ ਦੇ ਸਿਰ ਨੂੰ ਆਪਣੇ ਹੱਥਾਂ ਨਾਲ ਸਹਿਲਾਇਆ ਅਤੇ ਬੋਲਿਆ, ਹੇ ਈਸ਼ਵਰ। ਹਾਥੀ ਇੱਕਦਮ ਖੜਾ ਹੋ ਗਿਆ ਜਿਵੇਂ ਕੁਝ ਹੋਇਆ ਹੀ ਨਾ ਹੋਵੇ। ਆਲੇ ਦੁਆਲੇ ਖੜੇ ਸਾਰੇ ਲੋਕ ਬਹੁਤ ਹੈਰਾਨ ਹੋ ਗਏ। ਗੁਰੂ ਜੀ ਨੇ ਹਾਥੀ ਨੂੰ ਜ਼ਿੰਦਾ ਕਰ ਦਿੱਤਾ ਹੈ। ਇਹ ਗੱਲ ਪੂਰੇ ਸ਼ਹਿਰ ਵਿੱਚ ਜੰਗਲ ਦੀ ਅੱਗ ਦੀ ਤਰ੍ਹਾਂ ਫੈਲ ਗਈ। ਦੂਜੇ ਪਾਸੇ ਰਾਜੇ ਨੂੰ ਹਾਥੀ ਦੇ ਮਰਨ ਦੀ ਖਬਰ ਪਹਿਲਾਂ ਹੀ ਜਾਨਵਰਾਂ ਦੇ ਵੈਦ ਨੇ ਦੇ ਦਿੱਤੀ ਸੀ। ਰਾਜਾ ਦੇ ਸਿਪਾਹੀ ਨੇ ਰਾਜੇ ਨੂੰ ਕਿਹਾ, ਸੁਲਤਾਨ ਕੀ ਜੈ ਹੋਵੇ, ਸੁਲਤਾਨ ਕੀ ਜੈ ਹੋਵੇ।
ਸੁਲਤਾਨ ਤੁਹਾਡਾ ਪਿਆਰਾ ਹਾਥੀ ਇੱਕ ਦੇਵੀ ਸੰਤ ਨੇ ਜਿੰਦਾ ਕਰ ਦਿੱਤਾ ਹੈ। ਕਿਵੇਂ ਦੀਆਂ ਗੱਲਾਂ ਕਰਦੇ ਹੋ? ਮਰ ਕੇ ਵੀ ਕੋਈ ਜਿੰਦਾ ਹੋਇਆ ਹੈ ਕਦੀ? ਰਾਜਾ ਨੇ ਆਪਣੇ 2 ਸਿਪਾਹੀਆਂ ਅਤੇ ਵੈਦ ਨੂੰ ਮਹਾਵਤ ਦੇ ਘਰ ਭੇਜਿਆ। सुल्तान यह खबर बिल्कुल सही है, मरया हुआ हाथी सचमुच जिंदा हो गया है। की गल कर रहे हो? मैं आप जावांगा और देखांगा ऐसा कौन संत है जिसने मेरे मरे हुए हाथी नू जिंदा कर दिता है। ओ महापुरुष, आप जी दा साडे नगर में स्वागत है, परंतु मेरा मन ए गल मनन नू बिल्कुल भी तैयार नहीं कि यह गल सच है कि आप जी नू मरा हुआ हाथी जिंदा कर दिता है। ਈਸ਼ਵਰ ਹੀ ਜ਼ਿੰਦਗੀ ਦਿੰਦਾ ਹੈ ਅਤੇ ਈਸ਼ਵਰ ਹੀ ਜ਼ਿੰਦਗੀ ਲੈਂਦਾ ਹੈ। ਸੁਲਤਾਨ ਨੇ ਕਿਹਾ, मैं तुहाडी गल नहीं समझिया। ਕੌਣ ਮਰੇਗਾ ਅਤੇ ਕੌਣ ਜਿਉਂਦਾ ਰਹੇਗਾ, ਇਸ ਦਾ ਫੈਸਲਾ ਸਿਰਫ ਈਸ਼ਵਰ ਹੀ ਕਰ ਸਕਦੇ ਹਨ। ਹੋਰ ਕਿਸੇ ਵਿੱਚ ਇਹ ਸ਼ਕਤੀ ਨਹੀਂ ਹੈ ਜੋ ਕਿਸੇ ਨੂੰ ਜਿਵਾ ਸਕੇ ਜਾਂ ਮਾਰ ਸਕੇ। फिर तुसी इस नू जिंदा किवें कीता? ਇਨਸਾਨ ਜਦੋਂ ਸੱਚੇ ਮਨ ਨਾਲ ਈਸ਼ਵਰ ਤੋਂ ਮੰਗਦੇ ਹਨ ਤਾਂ ਈਸ਼ਵਰ ਉਹਨਾਂ ਦੀ ਪੁਕਾਰ ਜ਼ਰੂਰ ਸੁਣ ਲੈਂਦੇ ਹਨ ਅਤੇ ਉਸ ਕਾਰਜ ਨੂੰ ਪੂਰਾ ਕਰ ਦਿੰਦੇ ਹਨ। ਈਸ਼ਵਰ ਨੇ ਉਸ ਹਾਥੀ ਤੇ ਦਇਆ ਕਰਨੀ ਸੀ ਅਤੇ ਉਹਨਾਂ ਨੇ ਦਇਆ ਕਰ ਦਿੱਤੀ। ਇਨਸਾਨ ਤਾਂ ਸਿਰਫ ਮੰਗ ਹੀ ਸਕਦਾ ਹੈ, ਦਇਆ ਕਰਨਾ ਜਾਂ ਨਾ ਕਰਨਾ ਉਸ ਈਸ਼ਵਰ ਦੇ ਹੱਥ ਵਿੱਚ ਹੈ। ਤਾਂ ਕਿ ਜੇ ਤੁਸੀਂ ਫਿਰ ਤੋਂ ਸੱਚੇ ਮਨ ਨਾਲ ਈਸ਼ਵਰ ਤੋਂ ਇਹ ਮੰਗੋਗੇ ਕਿ ਦੁਬਾਰਾ ਮਰ ਜਾਵੇ ਤਾਂ ਕੀ ਇਹ ਮਰ ਜਾਏਗਾ? ਅਸੀਂ ਤਾਂ ਸਿਰਫ ਈਸ਼ਵਰ ਤੋਂ ਮੰਗ ਸਕਦੇ ਹਾਂ, ਕਰਨਾ ਜਾਂ ਨਾ ਕਰਨਾ ਉਸ ਈਸ਼ਵਰ ਦੇ ਹੱਥ ਵਿੱਚ ਹੈ। ਇਸ ਤੋਂ ਬਾਅਦ ਗੁਰੂ ਜੀ ਨੇ ਈਸ਼ਵਰ ਦਾ ਸਿਮਰਨ ਕਰਨਾ ਸ਼ੁਰੂ ਕੀਤਾ। ਪਰਮ ਪਿਤਾ ਪਰਮੇਸ਼ਵਰ ਹੀ ਹੈ ਜੋ ਮਾਰ ਸਕਦੇ ਹਨ ਤੇ ਜਿਵਾ ਸਕਦੇ ਹਨ। ਉਹਨਾਂ ਤੋਂ ਇਲਾਵਾ ਕੋਈ ਨਹੀਂ ਹੈ, ਕੋਈ ਨਹੀਂ ਹੈ, ਕੋਈ ਨਹੀਂ ਹੈ। ਉਹਨਾਂ ਦੇ ਬੋਲਣ ਤੋਂ ਬਾਅਦ ਨਾਲ ਹੀ ਹਾਥੀ ਬੇਜਾਨ ਹੋ ਕੇ ਨੀਚੇ ਡਿੱਗ ਗਿਆ। ਹਾਥੀ ਮਰ ਚੁੱਕਾ ਸੀ। ਹੋਸ਼ ਸੰਭਾਲ ਕੇ ਸੁਲਤਾਨ ਬੋਲੇ, ओ महापुरुष, आपने तो वाकई कमाल कर दिता। पहला हाथी नू जिंदा कर दिता, फिर आपने फरियाद कर कर मार दिता। सचमुच ही आपने बहुत कमाल किया है। मैं हैरान हाँ, इस तरह दा पहला मैं कदी भी कुछ नहीं वेखा। पर आप जी अब इस नू दोबारा जिंदा कर देवो। ਸੁਲਤਾਨ, ਹੁਣ ਇਹ ਮੁਮਕਿਨ ਨਹੀਂ ਹੈ। ਤੁਹਾਡਾ ਹਾਥੀ ਜ਼ਿੰਦਾ ਨਹੀਂ ਹੋ ਸਕਦਾ। ਜਦੋਂ ਇਸ ਦੇ ਮਰਨੇ ਦੇ ਬਾਅਦ ਆਪਨੇ ਇਸ ਨੂੰ ਜਿੰਦਾ ਕਰ ਦਿੱਤਾ ਅਤੇ ਜਿੰਦਾ ਨੂੰ ਮਾਰ ਦਿੱਤਾ ਤਾਂ ਆਪ ਇਸ ਨੂੰ ਦੁਬਾਰਾ ਜਿੰਦਾ ਕਿਉਂ ਨਹੀਂ ਕਰ ਸਕਦੇ? ਮੈਂ ਈਸ਼ਵਰ ਦਾ ਸਿਮਰਨ ਕੀਤਾ, ਉਸ ਤੋਂ ਕੁਝ ਮੰਗਿਆ। ਉਹ ਮੇਰੀ ਪ੍ਰਾਰਥਨਾ ਸੀ ਅਤੇ ਈਸ਼ਵਰ ਦੀ ਦਇਆ। ਈਸ਼ਵਰ ਨੇ ਮੇਰੀ ਗੱਲ ਸੁਣ ਕੇ ਮੇਰੇ ਤੇ ਦਇਆ ਕੀਤੀ, ਪਰ ਹੁਣ ਮੈਨੂੰ ਉਸ ਦੇ ਫੈਸਲੇ ਦਾ ਆਦਰ ਕਰਨਾ ਚਾਹੀਦਾ ਹੈ। ਮੈਂ ਨਹੀਂ ਸਮਝਿਆ। ਸੁਲਤਾਨ, ਲੋਹਾ ਲੋਹਾ ਹੁੰਦਾ ਹੈ, ਉਹ ਅੱਗ ਨਹੀਂ ਹੁੰਦਾ। ਜੇ ਤੁਸੀਂ ਉਸ ਨੂੰ ਅੱਗ ਵਿੱਚ ਪਾ ਦੇਵੋਗੇ ਤਾਂ ਉਹ ਤਪ ਕੇ ਲਾਲ ਹੋ ਜਾਵੇਗਾ। ਕੋਈ ਇਨਸਾਨ ਤਪਦੇ ਹੋਏ ਲੋਹੇ ਨੂੰ ਰੱਤੀ ਭਰ ਲਈ ਵੀ ਹੱਥ ਤੇ ਨਹੀਂ ਰੱਖ ਸਕਦਾ। ਜੇ ਉਹ ਹੱਥ ਤੇ ਲੈ ਲਵੇਗਾ ਤਾਂ ਉਸ ਦਾ ਹੱਥ ਜਲਣਾ ਨਿਸ਼ਚਿਤ ਹੀ ਹੈ, ਪਰ ਕੁਝ ਪਲ ਦੇ ਲਈ ਅੱਗ ਨੂੰ ਬਿਨਾਂ ਜਲੇ ਹੋਏ ਹੱਥ ਤੇ ਰੱਖਿਆ ਜਾ ਸਕਦਾ ਹੈ। ਇਸੇ ਤਰ੍ਹਾਂ ਸੰਤ ਵੀ ਈਸ਼ਵਰ ਦੀ ਭਗਤੀ ਵਿੱਚ ਰਮੇ ਹੁੰਦੇ ਹਨ। ਜਦੋਂ ਈਸ਼ਵਰ ਕੋਈ ਫੈਸਲਾ ਕਰਦੇ ਹਨ ਤਾਂ ਉਹ ਈਸ਼ਵਰ ਨੂੰ ਪ੍ਰਾਰਥਨਾ ਕਰ ਸਕਦੇ ਹਨ, ਬੇਨਤੀ ਕਰ ਸਕਦੇ ਹਨ ਕਿ ਉਸ ਨੂੰ ਬਦਲ ਦਵੋ, ਪਰ ਈਸ਼ਵਰ ਉਸ ਨੂੰ ਨਹੀਂ ਬਦਲ ਸਕਦੇ ਜੋ ਸੰਤ ਨੇ ਕੀਤਾ ਹੁੰਦਾ ਹੈ। ਇਹ ਗੱਲ ਸੁਣ ਕੇ ਸੁਲਤਾਨ ਨੇ ਉਸ ਪਰਿਵਾਰ ਨੂੰ ਇੱਕ ਨਵਾਂ ਹਾਥੀ ਦੁਆ ਦਿੱਤਾ ਅਤੇ ਗੁਰੂ ਜੀ ਆਪਣੇ ਗਿਆਨ ਦਾ ਪ੍ਰਕਾਸ਼ ਫੈਲਾਉਣ ਲਈ ਅੱਗੇ ਚਲੇ ਗਏ। ਸਤਨਾਮ ਸ਼੍ਰੀ ਵਾਹਿਗੁਰੂ।